ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਿਰਲੇਖ ਹੈ ਮੌਤ। ਰੂਪ ਟੁੱਟ ਜਾਂਦੇ ਹਨ ਅਤੇ ਇਹ ਪਰਿਵਰਤਿਤ ਹੋ ਕੇ ਨਵਾਂ ਰੂਪ ਧਾਰਨ ਕਰ ਲੈਂਦੇ ਹਨ। ਆਤਮਾ ਜੋ ਉਹਨਾਂ ਦੁਆਰਾ ਸੁੰਦਰਤਾ ਦੇ ਰੂਪ ਵਿੱਚ ਸਾਕਾਰ ਹੁੰਦੀ ਹੈ, ਵਿਨਾਸ਼, ਮੌਤ ਅਤੇ ਪਰਿਵਰਤਨ ਤੋਂ ਪਰੇ ਹੈ। ਫਿਰ ਵੀ ਇਹਨਾਂ ਤੋਂ ਬਿਨਾਂ ਕਿਸੇ ਆਤਮਾ ਦੀ ਹੋਂਦ ਨਹੀਂ ਹੋ ਸਕਦੀ। ਜਿਹੜੇ ਆਤਮਾ ਦੀ ਅਬਨਾਸੀ ਸੁੰਦਰਤਾ ਨੂੰ ਪ੍ਰਾਪਤ ਕਰਦੇ ਹਨ, ਉਹ ਆਪਣੇ ਆਪ ਵਿੱਚ ਲੀਨ ਹੋ ਜਾਂਦੇ ਹਨ ਤੇ ਪ੍ਰੇਮ, ਜੀਵਨ ਤੇ ਸੁੰਦਰਤਾ ਦੀ ਸ਼ੁੱਧ ਆਤਮਾ ਵਿੱਚ ਆਪਣੇ ਆਪ ਨੂੰ ਅਭੇਦ ਕਰ ਲੈਂਦੇ ਹਨ। ਪਰ ਜਿਨ੍ਹਾਂ ਨੇ ਹੁਣ ਤੱਕ ਪ੍ਰਭੂ ਪ੍ਰੀਤਮ ਦੇ ਦਰਸ਼ਨ ਨਹੀਂ ਕੀਤੇ, ਉਹ ਮੌਤ ਤੇ ਵਿਗਠਨ ਦੇ ਰਾਹ ਵੱਲ ਚਲੇ ਜਾਂਦੇ ਹਨ। ਜੀਵ ਆਤਮਾ ਸਿਰਜਣਾ ਦੇ ਵਰਤਾਰੇ ਵਿੱਚ ਰਹਿੰਦੀ ਹੈ। ਇਹ ਪਦਾਰਥ ਵਿੱਚੋਂ ਵਿਕਾਸ ਕਰਦੀ ਹੈ ਅਤੇ ਮੌਤ ਤੇ ਇੱਛਾ ਦੇ ਦੂਰੇ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੀ ਹੈ। ਸੁਤੰਤਰਤਾ ਦੇ ਸੁਪਾਤਰ ਬਣਨ ਲਈ ਇਸ ਦਾ ਰੂਪਾਂਤਰਣ ਹੋਣਾ ਜ਼ਰੂਰੀ ਹੈ। ਜੀਵ ਆਤਮਾ ਸੁਤੰਤਰਤਾ ਦੇ ਵੱਖ-ਵੱਖ ਪੜਾਵਾਂ ਵਿੱਚ ਹੁੰਦੀ ਹੈ ਤੇ ਹਉਮੈ ਦੇ ਘੇਰੇ ਵਿੱਚ ਬੱਧੀ ਜਨਮ ਤੇ ਮਰਨ ਦੇ ਚੱਕਰ ਵਿੱਚ ਪਈ ਰਹਿੰਦੀ ਹੈ। ਇਹ ਇਸ ਆਵਾਗਮਨ ਦੇ ਚੱਕਰ ਵਿੱਚ ਉਨਾ ਚਿਰ ਤੱਕ ਪਈ ਰਹਿੰਦੀ ਹੈ ਜਿੰਨਾ ਚਿਰ ਤੱਕ ਕਿ ਇਸ ਦਾ ਸੰਪੂਰਨ ਵਿਕਾਸ ਨਹੀਂ ਹੋ ਜਾਂਦਾ ਅਤੇ ਇਹ ਸ਼ੁੱਧ ਆਤਮਾ ਵਿੱਚ ਆਪਣੇ ਆਪ ਨੂੰ ਸਮਾ ਨਹੀਂ ਲੈਂਦੀ। ਤਦੋਂ ਆ ਕੇ ਦੈਵੀ ਪ੍ਰਸਾਦ, ਕਰਮ ਯਾਨੀ ਬਖਸ਼ਿਸ਼ ਦੁਆਰਾ ਇਸ ਦਾ ਉਥਾਨ ਹੋ ਜਾਂਦਾ ਹੈ ਤੇ ਇਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੀ ਹੈ। ਉਸ ਸਮੇਂ ਇਹ ਸੁਤੰਤਰ ਹੋ ਜਾਂਦੀ ਹੈ। ਇਹ ਕਾਰਨ ਕਾਰਜ ਦੇ ਨੇਮ ਤੋਂ ਉੱਪਰ ਉੱਠ ਖਲੋਂਦੀ ਹੈ। ਇੱਕੋ ਛਿਣ ਦੀ ਇੱਕੋ ਤਕਣੀ ਦੁਆਰਾ ਇਹ ਪੂਰਨਤਾ ਨੂੰ ਪ੍ਰਾਪਤ ਕਰ ਲੈਂਦੀ ਹੈ। ਪ੍ਰਭੂ ਦੀ ਮਿਹਰ ਇਸ ਨੂੰ ਬੰਧਨ ਮੁਕਤ ਕਰ ਦਿੰਦੀ ਹੈ। ਆਤਮਾ ਦੇ ਵੀ ਕਈ ਲੋਕ ਹਨ ਜੋ ਵੱਖ-ਵੱਖ ਅਸਰੀਰੀ ਅਵਸਥਾਵਾਂ ਵਿੱਚ ਹੁੰਦੇ ਹਨ। ਕਈ ਤਾਂ ਆਪਣੇ ਹੀ ਵਿਚਾਰਾਂ ਤੇ ਕਰਮਾਂ ਦੀ ਹਿੰਸਾ ਵਿੱਚ ਜਕੜੇ ਹੁੰਦੇ ਹਨ। ਕੁਝ ਆਪਣੇ ਹੀ ਮਾਨਸਿਕ ਅਸੂਲਾਂ ਦੀ ਕਠੋਰ ਸੀਮਾ ਵਿੱਚ ਬੱਧੇ ਹੋਏ ਹੁੰਦੇ ਹਨ ਅਤੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਦੇ ਭਾਰ ਥੱਲੇ ਦੱਬੇ ਹੋਏ ਹੁੰਦੇ ਹਨ। ਭਲੇ ਲੋਕ ਆਪਣੀ ਹੀ ਯੰਤਰਾਤਮਿਕ ਭਲਾਈ ਦੇ ਭਾਰ ਨਾਲ ਦੱਬੇ ਹੁੰਦੇ ਹਨ ਅਤੇ ਬਾਹਰੋਂ ਦਿਸਦੇ ਬੁਰੇ ਆਦਮੀ ਆਤਮਾ ਵੱਲੋਂ ਹੀਣ ਹੁੰਦੇ ਹਨ। ਭਾਵੇਂ ਇੰਝ ਜਾਪਦਾ ਹੈ ਜਿਵੇਂ ਉਹ ਪੂਰੀ ਤਰ੍ਹਾਂ ਪਾਪਾਂ ਵਿੱਚ ਗ੍ਰਸਤ ਹੋਣ ਤੇ ਉਹ ਆਪਣੀ ਸਵੈ ਚੇਤਨਤਾ ਵਿੱਚ ਹੀ ਪੂਰੀ ਤਰ੍ਹਾਂ ਖਚਤ ਹੋਣ, ਕਿਸੇ ਹੋਰ ਨਾਲ ਜੁੜੇ ਹੋਏ ਨਾ ਹੋਣ ਜਾਂ ਸੁਤੰਤਰ ਹੋਣ। ਕੁਝ ਆਪਣੀਆਂ ਹਾਲਤਾਂ ਦੀਆਂ ਪਾਬੰਦੀਆਂ ਵਿੱਚ ਕੈਦ ਹਨ ਤੇ ਕੁਝ ਸੁਪਨਿਆਂ ਦੇ ਮਿਥਿਆ ਜਾਲ ਵਿੱਚ ਗ੍ਰਸਤ ਹੁੰਦੇ ਹਨ। ਇਸ ਪ੍ਰਕਾਰ ਹਰ ਜੀਵਾਤਮਾ ਜਿਹਾ ਬੀਜੋਗੇ ਸੋਈ ਲੁਣੋਗੇ ਦੇ ਨੇਮ ਅਨੁਸਾਰ ਆਪਣੀ ਆਪਣੀ ਹੋਣੀ ਦਾ ਸ਼ਿਕਾਰ ਹੈ। ਸੁਤੰਤਰਤਾ ਯਾਨੀ ਮੁਕਤੀ ਤਾਂ ਮਿਥਿਆ ਹੋਇਆ ਨਿਸ਼ਾਨਾ ਹੈ ਅਤੇ ਗੁਰੂ ਜੀ ਦਾ ਕਥਨ ਹੈ ਕਿ ਇਹ ਨਿਸ਼ਾਨਾ ਸਿਮਰਨ ਦੁਆਰਾ ਪ੍ਰਾਪਤ ਹੁੰਦਾ ਹੈ। ਪ੍ਰਭੂ ਦੇ ਨਾਮ ਦਾ ਨਿਰੰਤਰ ਜਾਪ ਤੇ ਬਾਰੰਬਾਰ ਦੁਹਰਾਓ ਅਤੇ ਪ੍ਰਭੂ ਨਾਲ ਅੰਦਰ ਦੀਆਂ ਮਾਨਸਿਕ ਡੂੰਘਾਣਾਂ ਦੁਆਰਾ ਪ੍ਰੇਮ ਸਭ ਪ੍ਰਕਾਰ ਦੀ ਮਨਸ਼ਾ, ਤ੍ਰਿਸ਼ਨਾ, ਇੱਛਾਵਾਂ ਤੋਂ ਸੁਤੰਤਰ ਕਰ ਦਿੰਦਾ ਹੈ। ਨਾਮ ਦੀ ਅੰਤਰੀਵ ਖੁਮਾਰੀ ਕਾਫੀ ਵੱਡੀ ਵਸਤੂ ਹੁੰਦੀ ਹੈ ਅਤੇ ਅਜਿਹੇ ਵਿਅਕਤੀ ਇੱਛਾਵਾਂ ਦੇ ਕਾਰਨ ਕਦੀ ਵੀ ਆਤਮਾ ਦੀ ਉਲੰਘਣਾ ਨਹੀਂ ਕਰਦੇ। ਸਿਮਰਨ ਰਾਹੀਂ ਅਜਿਹੀ ਮਾਨਸਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਸ ਦੁਆਰਾ ਦੇਸ਼ ਤੇ ਕਾਲ ਦਾ ਖਾਤਮਾ ਹੋ ਜਾਂਦਾ ਹੈ। ਜੀਵ ਆਤਮਾ ਉਚੇਰੇ ਆਤਮਿਕ ਮੰਡਲਾਂ ਨਾਲ ਸੰਪਰਕ ਸਥਾਪਿਤ ਕਰ ਲੈਂਦੀ ਹੈ ਅਤੇ ਸਤਸੰਗਤ ਨਾਲ ਸੰਬੰਧ ਜੋੜ ਕੇ ਉਹਨਾਂ ਵਿੱਚ ਭਖ ਦੀਆਂ ਜੀਵਨ ਚੰਗਿਆੜੀਆਂ ਦਾ ਆਹਾਰ ਕਰਨ ਦੀ ਰੁਚੀ ਜਾਗ ਪੈਂਦੀ ਹੈ। ਉਹਨਾਂ ਦੀ ਸੁਰੱਖਿਆ ਅਧੀਨ ਉਹ ਸਦੀਆਂ ਤੱਕ ਇਸੇ ਤਰ੍ਹਾਂ ਵਿਚਰਦੇ ਰਹਿੰਦੇ ਹਨ। ਸੱਚਾ ਆਤਮਿਕ ਜੀਵਨ ਆਤਮਾ ਦੇ ਉਚੇਰੇ ਮੰਡਲ ਦੀਆਂ ਮੁਕਤਗਾਮੀ ਆਤਮਾਵਾਂ ਨਾਲ ਸੰਬੰਧ ਜੋੜਨ ਵਿੱਚ ਹੁੰਦਾ ਹੈ। ਹਾਂਜੀ, ਸੱਚਾ ਆਤਮਿਕ ਜੀਵਨ
ਜੀਵ ਆਤਮਾ ਦੇ ਉਚੇਰੇ ਮੰਡਲ ਦੀਆਂ ਮੁਕਤਗਾਮੀ ਆਤਮਾਵਾਂ ਨਾਲ ਸੰਬੰਧ ਜੋੜਨ ਵਿੱਚ ਆਉਂਦਾ ਹੈ। ਇਸ ਤੋਂ ਹੇਠਲੀ ਅਵਸਥਾ ਵਿੱਚ ਹਾਲੀ ਸਾਰੇ ਸੰਘਰਸ਼ ਦੀ ਸਥਿਤੀ ਵਿੱਚ ਆਉਂਦੇ ਹਨ। ਇਹ ਸੰਘਰਸ਼ ਪਦਾਰਥ ਤੋਂ ਵਿਕਾਸ ਕਰਕੇ ਧੀਰੇ ਧੀਰੇ ਸ਼ੁੱਧ ਆਤਮਾ ਵਿੱਚ ਰੂਪਾਂਤਰਿਤ ਹੋਣ ਵਿੱਚ ਹੈ। ਇਸ ਦੇ ਹਰ ਭਾਗ ਦੀ ਹੋਣੀ ਆਤਮਕ ਹੋਂਦ ਵਿੱਚ ਬਦਲ ਜਾਣ ਵਿੱਚ ਨਿਸ਼ਚਿਤ ਹੁੰਦੀ ਹੈ। ਆਤਮਕ ਸਮੂਹ ਦੇ ਮੰਡਲ ਵਿੱਚ ਹਰ ਜੀਵ ਆਤਮਾ ਦਾ ਵਿਅਕਤੀਗਤ ਪ੍ਰਕਾਸ਼ ਇੱਕ ਬੜਾ ਅਦਭੁਤ ਦ੍ਰਿਸ਼ ਹੁੰਦਾ ਹੈ ਅਤੇ ਇਸੇ ਦੀ ਪ੍ਰਾਪਤੀ ਲਈ ਕਸ਼ਟ ਵੀ ਚੱਲੇ ਜਾਂਦੇ ਹਨ। ਵਾਸਤਵ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਸੰਪੂਰਨ ਜੀਵ ਆਤਮਾ ਦਾ ਇਸ ਤਰ੍ਹਾਂ ਵਾਧਾ ਹੁੰਦਾ ਹੈ ਜਿਵੇਂ ਉਹ ਸ਼ੁੱਧ ਆਤਮਾ ਦੀ ਭਰਪੂਰਤਾ ਹੋਵੇ। ਬੁੱਧ ਅਤੇ ਈਸਾ ਵਰਗੀਆਂ ਜੀਵ ਆਤਮਾਵਾਂ ਦੀ ਸਿਰਜਣਾ ਵੀ ਇਸ ਵਿਕਾਸ ਦੁਆਰਾ ਹੀ ਹੁੰਦੀ ਹੈ। ਸਾਰੀਆਂ ਜੀਵ ਆਤਮਾਵਾਂ ਅਮਰ ਤੇ ਅਵਿਨਾਸ਼ੀ ਨਹੀਂ ਹੋ ਚੁੱਕੀਆਂ ਹੁੰਦੀਆਂ। ਕੇਵਲ ਪ੍ਰੇਮ ਦੁਆਰਾ ਪ੍ਰੋੜ ਹੋ ਚੁੱਕੀ ਆਤਮਾ ਹੀ ਗੁਰੂ ਦੀ ਕਿਰਪਾ ਦੁਆਰਾ ਅਮਰ ਪਦ ਨੂੰ ਪ੍ਰਾਪਤ ਕਰਦੀ ਹੈ। ਅੰਤਰ ਪ੍ਰੇਰਿਤ ਆਤਮਾ ਨੂੰ ਮੌਤ ਦਾ ਕੋਈ ਭੈ ਨਹੀਂ ਹੁੰਦਾ। ਗੁਰੂ ਜੀ ਵੱਲੋਂ ਪ੍ਰੇਰਨਾ ਪ੍ਰਾਪਤ ਕਰ ਚੁੱਕੇ ਸਿੱਖਾਂ ਨੇ ਆਪਣੇ ਜੀਵਨ ਦੁਆਰਾ ਇਹ ਗੱਲ ਸਿੱਧ ਕਰ ਦਿੱਤੀ ਸੀ ਕਿ ਉਹ ਮੌਤ ਤੋਂ ਡਰਦੇ ਨਹੀਂ ਹਨ। ਉਹ ਮੌਤ ਨੂੰ ਪ੍ਰੇਮ ਕਰਦੇ ਹਨ, ਉਸ ਦਾ ਟਾਕਰਾ ਕਰਦੇ ਹਨ ਅਤੇ ਸੱਚੇ ਦਿਲੋਂ ਖੁਸ਼ੀ-ਖੁਸ਼ੀ ਇਸ ਨੂੰ ਗਲਵਕੜੀ ਪਾਉਂਦੇ ਹਨ। ਸਿੱਖ ਵੀ ਹੈ ਤਾਂ ਮਨੁੱਖ, ਪਰ ਪ੍ਰੇਮ ਦਾ ਅਮਰ ਪਦ ਪ੍ਰਾਪਤ ਕਰਨ ਲਈ ਉਹ ਮੌਤ ਦੇ ਭੈ ਨੂੰ ਜਿੱਤ ਲੈਂਦਾ ਹੈ। ਇਹ ਉਹ ਲੋਕ ਹਨ ਜੋ ਆਪਣੇ ਵਿਸ਼ਵਾਸ ਦੀ ਜੋਤੀ ਨੂੰ ਜਗਦੀ ਰੱਖਣ ਲਈ ਮੌਤ ਨੂੰ ਪ੍ਰਵਾਨ ਕਰਦੇ ਹਨ। ਮੈਂ ਇਸ ਦੀ ਝਲਕ ਵੇਖਦਾ ਹਾਂ। ਮਨੁੱਖ ਖੁਸ਼ੀ ਤੋਂ ਵੀ ਵਧੇਰੇ ਕਿਸੇ ਹੋਰ ਨੂੰ ਪ੍ਰੇਮ ਕਰਦਾ ਹੈ, ਪਰ ਉਹ ਖੁਸ਼ੀ ਤੋਂ ਬਿਨਾਂ ਕਿਵੇਂ ਰਹਿ ਸਕਦਾ ਹੈ? ਇਸ ਤੋਂ ਬਿਨਾਂ ਵੀ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹੈ। ਕੀ ਇਹ ਇਸੇ ਗੱਲ ਦਾ ਪ੍ਰਚਾਰ ਨਹੀਂ ਸੀ ਕਿ ਰਿਸ਼ੀਆਂ, ਮੁਨੀਆਂ, ਸ਼ਹੀਦਾਂ, ਕਵੀ ਜਨਾਂ ਤੇ ਧਰਮ ਆਚਾਰੀਆਂ ਯਾਨੀ ਪੁਰੋਹਿਤਾਂ, ਪਾਦਰੀਆਂ ਨੇ ਹਰ ਕਾਲ ਵਿੱਚ ਇਸ ਦੀ ਚਰਚਾ ਕੀਤੀ ਹੈ। ਇਸ ਦੀ ਖਾਤਰ ਕਸ਼ਟ ਝੱਲੇ ਹਨ ਤੇ ਆਪਣੇ ਜੀਵਨ ਵਿੱਚ ਤੇ ਮ੍ਰਿਤਿਉ ਦੁਆਰਾ ਪ੍ਰਭੂ ਸਮਾਨ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ। ਸ਼ੁਕਰ ਹੈ ਇਹਨਾਂ ਦੀ ਹੋਣੀ ਦਾ ਤੇ ਉਹਨਾਂ ਦਾ ਵੀ ਜਿਨ੍ਹਾਂ ਕਾਰਨ ਅੱਜ ਵੀ ਇਹਨਾਂ ਦਾ ਕੁਝ ਅੰਸ਼ ਬਾਕੀ ਹੈ। ਤੁਸੀਂ ਉਹਨਾਂ ਬਾਰੇ ਪੜ੍ਹ ਚੁੱਕੇ ਹੋ। ਇਹਨਾਂ ਵਿੱਚ ਤਾਂ ਆਪਾ ਭਾਵ ਪੂਰੀ ਤਰ੍ਹਾਂ ਮਿਟ ਗਿਆ ਹੁੰਦਾ ਹੈ। ਇਸ ਸ਼ੁਭ ਆਵੇਗ ਦਾ ਆਦ ਕਰਨ ਲਈ ਕਾਲ ਦੀਆਂ ਲਹਿਰਾਂ ਦੇ ਹੇਠੋਂ ਡੂੰਘੀਆਂ ਤਹਿਾਂ ਵਿੱਚੋਂ ਜੀਵਨ ਜੜ੍ਹਾਂ ਪਕੜ ਕੇ ਉੱਪਰ ਵੱਧਦਾ ਰਿਹਾ ਹੈ। ਕਾਰਲਾਈਲ ਕਹਿੰਦਾ ਹੈ, ਆਪ ਲੋਕ ਕਿਸੇ ਬੰਧਨਾਂ ਨਾਲ ਘਿਰੇ ਹੋਏ ਨਹੀਂ ਹੋ, ਸਗੋਂ ਉਚਤਮ ਨੀਲੇ ਆਕਾਸ਼ਾਂ ਵਿੱਚ ਵਿਚਰਦੇ ਹੋ। ਵਿਸ਼ੇ ਭੋਗ ਦੀਆਂ ਖੁਸ਼ੀਆਂ ਨੂੰ ਪ੍ਰੇਮ ਨਾ ਕਰੋ, ਸਗੋਂ ਪ੍ਰਭੂ ਨੂੰ ਪ੍ਰੇਮ ਕਰੋ। ਇਹ ਤਾਂ ਉਹ ਸਦਾ ਰਹਿਣ ਵਾਲਾ ਕਾਲ ਹੈ ਜਿੱਥੇ ਸਭ ਸਹਿ ਵਿਰੋਧ ਮਿਟ ਜਾਂਦੇ ਹਨ। ਇਹਨਾਂ ਵਿਅਕਤੀਆਂ ਦੀ ਚਾਲ ਢਾਲ ਤੇ ਕਾਰਜ ਖੇਤਰ ਸਭ ਅੰਦਰੋਂ ਸੰਚਾਲਿਤ ਹੁੰਦਾ ਹੈ। ਸੱਚਾ ਆਤਮਕ ਆਨੰਦ ਵਿਸ਼ੇ ਭੋਗਾਂ ਦੀਆਂ ਖੁਸ਼ੀਆਂ ਵਿੱਚ ਨਹੀਂ ਮਿਲਦਾ। ਇਹ ਤਾਂ ਤੇਜ਼ ਧਾਰ ਇਸਪਾਤ ਦੀਆਂ ਚੰਗਿਆੜੀਆਂ ਵਿੱਚੋਂ ਮਿਲਦਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਲੋਹ ਤੇ ਬੈਠੇ ਸਨ ਤਾਂ ਵੀ ਉਹ ਬਾਣੀ ਦਾ ਗਾਇਨ ਕਰ ਰਹੇ ਸਨ। ਗੁਰੂ ਤੇਗ ਬਹਾਦਰ ਵੀ ਜਦੋਂ ਮੁਗਲਾਂ ਦੀ ਕਾਲ ਕੋਠਲੀ ਵਿੱਚ ਕਸ਼ਟ ਝੱਲ ਰਹੇ ਸਨ ਤਾਂ ਬਾਣੀ ਰਚ ਤੇ ਗਾ ਰਹੇ ਸਨ। ਸਰਹੰਦ ਵਿਖੇ 2 ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਸਮਾਚਾਰ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਕਰਾਨੇ ਵਜੋਂ ਬਾਣੀ ਦੇ ਬੋਲ ਉਚਾਰਨ ਕੀਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਘੋੜੇ ਦੀ ਅਸਵਾਰੀ ਕਰਨ ਸਮੇਂ ਹੀ ਪ੍ਰਭੂ ਨਾਲ ਲਿਵ ਜੋੜ ਲੈਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਦੈਵੀ ਗਾਨ ਦਾ ਗਾਇਨ ਕਰਨ ਲਈ ਮਨੁੱਖੀ ਹਿਰਦੇ ਦੇ ਸਭ ਵਾਦੀ ਸੁਰਾਂ ਨੂੰ ਛੇੜਿਆ ਹੈ। ਮਨੁੱਖੀ ਦ੍ਰਿਸ਼ਟੀਕੋਣ ਤੋਂ ਵੇਖਿਆ ਵੀ ਸਾਰੇ ਗੁਰੂ ਸਾਹਿਬਾਨ ਦਾ ਕਸ਼ਟਾਂ ਨੂੰ ਖਿੜੇ ਮੱਥੇ ਝੱਲ ਕੇ ਅੰਤਰੀਵ ਨੂੰ ਜਿੱਤ ਲੈਣਾ ਹੀ ਉਹਨਾਂ ਦੇ ਸੁਭਾਅ ਦਾ ਮੁੱਖ ਲੱਛਣ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੂਜੇ 2 ਸਾਹਿਬਜ਼ਾਦਿਆਂ ਨੂੰ ਆਪਣੀ ਹੱਥੀਂ ਸੈਨਿਕਾਂ ਦੀ ਵਰਦੀ ਪੁਆ ਕੇ ਜ਼ੁਲਮ ਵਿਰੁੱਧ ਯੁੱਧ ਕਰਨ ਲਈ ਭੇਜਦੇ ਹਨ। ਆਪ ਦੀਆਂ ਅੱਖਾਂ ਦੇ ਸਾਹਮਣੇ ਉਹ ਦੋਵੇਂ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਹਨ। ਆਪ ਦੇ ਸਿੱਖ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਨੂੰ ਵਰਦੇ ਹਨ। ਭੁੱਖ ਤੇ ਕਸ਼ਟਾਂ ਨੇ ਉਹਨਾਂ ਦੇ ਦਿਲਾਂ ਨੂੰ ਤੋੜ ਦਿੱਤਾ ਸੀ, ਪਰ ਗੁਰੂ ਸਾਹਿਬ ਨੇ ਉਹਨਾਂ ਦੀ ਧੀਰ ਬਣਾਈ ਰੱਖੀ। ਸਿੱਖ ਬੀਬੀਆਂ ਨੇ ਆਪਣੇ ਸੂਰਜ ਅਰਥਾਤ ਗੁਰੂ ਵੱਲੋਂ ਮੁਖ ਮੋੜਨ ਦੀ ਥਾਂ ਮੌਤ ਦਾ ਸਾਹਮਣਾ ਕੀਤਾ।
ਗੁਰੂ ਤਾਂ ਸ਼ੁੱਧ ਆਤਮਾ ਦਾ ਸਾਖਿਆਤ ਸਰੂਪ ਤੇ ਉਹਨਾਂ ਲਈ ਕਸ਼ਟ ਤੇ ਇਸ਼ਟ ਦਾ ਪ੍ਰਮਾਣ ਸੀ। ਉਹਨਾਂ ਨੇ ਪ੍ਰਭੂ ਚਰਨਾਂ ਨੂੰ ਪਰਸ ਲਿਆ ਸੀ। ਇਹ ਲੋਕ ਸੰਸਾਰਕ ਸੁੱਖਾਂ ਭੋਗਾਂ ਤੇ ਐਸ਼ਵਰਜਾਂ ਵੱਲੋਂ ਬੇਧਿਆਨ ਹੋ ਕੇ ਪ੍ਰੇਮ ਵਿੱਚ ਮੌਤ ਨੂੰ ਵਰਨ ਲਈ ਉੱਠ ਖਲੋਤੇ ਸਨ। ਭਾਰਤ ਦੇ ਸਮੁੱਚੇ ਇਤਿਹਾਸ ਵਿੱਚ ਮੌਤ ਦੇ ਸ਼ੁੱਧ ਪ੍ਰੇਮ ਦੀ ਅਜਿਹੀ ਭਾਵਨਾ ਕਦੀ ਵੀ ਦ੍ਰਿਸ਼ਟੀਗੋਚਰ ਨਹੀਂ ਹੋਈ, ਜਿਸ ਤਰ੍ਹਾਂ ਕਿ ਇਹ ਬੜੇ ਸ਼ਾਨਦਾਰ ਰੂਪ ਵਿੱਚ ਸਿੱਖ ਇਤਿਹਾਸ ਵਿੱਚ ਪ੍ਰਗਟ ਹੋਈ ਹੈ। ਰਾਜਪੂਤ ਪ੍ਰੇਮ ਦੀ ਇਸ ਅੰਤਰੀਵ ਪ੍ਰੇਰਨਾ ਤੋਂ ਅਗਿਆਤ ਸਨ। ਉਹ ਤਾਂ ਆਪਣੇ ਕੁਲ ਅਭਿਮਾਨ ਤੇ ਉਸ ਮਾਣ ਮਰਿਆਦਾ ਦੀ ਖਾਤਰ ਮਰਦੇ ਸਨ, ਜਿਸ ਦੀ ਸੂਰਬੀਰਤਾ ਦੀ ਧਾਕ ਪਹਿਲਾਂ ਮੰਨੀ ਜਾ ਚੁੱਕੀ ਸੀ ਤੇ ਸੰਸਾਰ ਦੇ ਸਾਹਮਣੇ ਉਹਨਾਂ ਦਾ ਨਾਮ ਉੱਚਾ ਹੋ ਗਿਆ ਸੀ। ਉਹ ਲੜਦੇ ਲੜਦੇ ਜੂਝ ਮਰਦੇ, ਉਹਨਾਂ ਦੀਆਂ ਇਸਤਰੀਆਂ ਉਹਨਾਂ ਦੀਆਂ ਚਿਤਾਵਾਂ ਉੱਤੇ ਸੜ ਮਰ ਕੇ ਸਤੀ ਹੋ ਜਾਂਦੀਆਂ। ਇਹ ਸਭ ਕੁਝ ਉੱਚੀ ਕੁਲ ਦੀ ਮਾਣ ਮਰਿਆਦਾ ਤੇ ਪ੍ਰਤਿਸ਼ਠਾ ਨੂੰ ਬਣਾਈ ਰੱਖਣ ਲਈ ਕੀਤਾ ਜਾਂਦਾ ਸੀ। ਇਸ ਵਿੱਚ ਮਹਾਨਤਾ ਵਾਲੀ ਗੱਲ ਤਾਂ ਸੀ, ਪਰ ਇਸ ਉੱਤੇ ਪ੍ਰਭੂ ਪ੍ਰੇਮ ਵਾਲਾ ਹਾਲੀ ਰੰਗ ਨਹੀਂ ਸੀ ਚੜਿਆ। ਅਕਬਰ ਦੀ ਨੀਤੀ ਦੁਆਰਾ ਰਾਜਪੂਤਾਂ ਦਾ ਪਤਨ ਇੱਥੋਂ ਤੱਕ ਹੋ ਗਿਆ ਕਿ ਮੁੜ ਕੇ ਉਹ ਆਪਣੀ ਕੁਲ ਰੱਖਿਆ ਲਈ ਵੀ ਅਜਿਹੀ ਬੀਰਤਾ ਦੇ ਦੌਰ ਨੂੰ ਨਹੀਂ ਦੁਹਰਾ ਸਕੇ। ਕੁਲ ਅਭਿਮਾਨ ਤਾਂ ਮੌਤ ਲਾੜੀ ਨੂੰ ਵਰਨ ਲਈ ਇੱਕ ਨਿਸ਼ਚਿਤ ਸੀਮਾ ਤੱਕ ਹੀ ਪ੍ਰੇਰਨਾ ਜਗਾ ਸਕਦਾ ਹੈ। ਜੀਵਨ ਵਿੱਚ ਵਧੇਰੇ ਆਕਰਸ਼ਣ ਉਸ ਸਮੇਂ ਪੈਦਾ ਹੋ ਜਾਂਦੇ ਹਨ ਜਦੋਂ ਕਿਸੇ ਹੋਰ ਸ੍ਰੇਸ਼ਟ ਜਾਤੀ ਦੁਆਰਾ ਉਹਨਾਂ ਨੂੰ ਸਭਿਅਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਭਾਰਤ ਵਿੱਚ ਰਾਜਪੂਤਾਂ ਦੇ ਉੱਤਰਾਧਿਕਾਰੀ ਮਰਾਠੇ ਹੀ ਸਨ, ਜੋ ਬੜੀ ਸਖਤ ਮਿੱਟੀ ਦੇ ਬਣੇ ਹੋਏ ਸਨ। ਉਹ ਆਪਣੇ ਲਾਭ ਦੀ ਖਾਤਰ ਵੱਡੇ ਤੋਂ ਵੱਡਾ ਕਸ਼ਟ ਝੱਲ ਸਕਦੇ ਅਤੇ ਸੂਰਬੀਰਤਾ ਨੂੰ ਦਰਸਾ ਸਕਦੇ ਸਨ। ਮੌਤ ਬਾਰੇ ਸ਼ੁੱਧ ਪ੍ਰੇਮ ਦੀ ਭਾਵਨਾ ਤਾਂ ਕੇਵਲ ਸਿੱਖ ਇਤਿਹਾਸ ਵਿੱਚ ਆ ਕੇ ਪ੍ਰਗਟ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੀ ਬੀਰ ਰਸੀ ਭਾਸ਼ਾ ਵਿੱਚ ਇਸ ਸ਼ੁੱਧ ਆਤਮਾ ਨੂੰ ਮਹਾਕਾਲ ਕਹਿ ਕੇ ਸੰਬੋਧਿਤ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂ ਲਈ ਵੀ ਅਨੇਕ ਸ਼ਬਦ ਸਿਰਜੇ ਹਨ, ਯਥਾ ਸਰਬ ਲੋ, ਸ੍ਰੀ ਕਾਲ, ਮਹਾਕਾਲ ਆਦਿ। ਸਭ ਨੇ ਜ਼ਿੰਦਾ ਰਹਿਣਾ ਹੈ, ਕਿਸੇ ਨੇ ਵੀ ਕਾਲਵਾਸ ਨਹੀਂ ਹੋਣਾ। ਇਹੋ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਕਰਮਸ਼ੀਲ ਜੀਵਨ ਦੇ ਗੀਤ ਦੀ ਸਥਾਈ ਹੈ। ਗਰੀਬ ਤੇ ਦਲਿਤ ਲੋਕਾਂ ਦੀ ਬਿਨਾਂ ਕਿਸੇ ਸੁਰੱਖਿਆ ਦੇ ਸਾਧਨਾਂ ਤੋਂ ਇੱਕ ਵੱਡੇ ਸ਼ਕਤੀਸ਼ਾਲੀ ਸਾਮਰਾਜ ਦੀ ਸੈਨਾ ਨਾਲ ਯੁੱਧ ਕਿਸੇ ਯੁੱਧ ਦੀ ਭਾਵਨਾ ਨੂੰ ਸਾਕਾਰ ਨਹੀਂ ਕਰਦਾ, ਸਗੋਂ ਉਸ ਲਾਸਾਨੀ ਮੌਤ ਦੇ ਆਦਰਸ਼ ਵੱਲ ਸੰਕੇਤ ਕਰਦਾ ਹੈ, ਜਿਸ ਦੁਆਰਾ ਪਰਵਾਨੇ ਸ਼ਮਾ ਉੱਤੇ ਮਰ ਮਿਟਦੇ ਹਨ। ਜੀਵਨ, ਪ੍ਰੇਮ, ਮੌਤ, ਪ੍ਰਭੂ, ਮਨੁੱਖਤ ਆਦਿ ਵਿਸ਼ਿਆਂ ਬਾਰੇ ਆਪਣੇ ਵਿਸਮਾਦਜਨਕ ਦ੍ਰਿਸ਼ਟੀਕੋਣ ਦੇ ਦੁਹਰਾਓ ਦੁਆਰਾ ਇਹਨਾਂ ਸਭ ਮਹਾਨ ਵਿਸ਼ਿਆਂ ਉੱਪਰ ਕੀਤੇ ਗਏ ਧਿਆਨੀ ਚਿੰਤਨ ਰਾਹੀਂ ਅਤੇ ਆਪਣੇ ਸਪੁੱਤਰਾਂ ਖਾਲਸਾ ਦੇ ਜੀਵਨ ਵਿੱਚ ਇਹਨਾਂ ਭਾਵਨਾਵਾਂ ਨੂੰ ਜਗਾ ਕੇ ਆਪਣੀ ਰਚਨਾਵਾਂ ਵਿੱਚ ਗੁਰੂ ਜੀ ਅਜਿੱਤ ਆਤਮਕ ਮਨੁੱਖ ਦੀ ਸਿਰਜਣਾ ਨੂੰ ਮੂਰਤੀਮਾਨ ਕਰ ਰਹੇ ਹਨ। ਇਸ ਤਰ੍ਹਾਂ ਸਦਾ ਪ੍ਰਯਤਨਸ਼ੀਲ ਮਨੁੱਖ, ਜੋ ਸੈਨਿਕਾਂ ਵਾਂਗ ਸਦਾ ਉੱਚੀਆਂ ਪਰਬਤਾਂ ਸ਼ਿਖਰਾਂ ਨੂੰ ਸਰ ਕਰਦਾ ਹੈ, ਜੋ ਮਰਦਾ ਡਿੱਗਦਾ ਤੇ ਫਿਰ ਉੱਠ ਖਲੋਂਦਾ ਹੈ ਤੇ ਆਪਣੀ ਅਗਲੀ ਮੰਜ਼ਿਲ ਵੱਲ ਵੱਧਦਾ ਹੈ, ਅਜਿਹੇ ਮਨੁੱਖ ਦਾ ਕਲਮੀ ਚਿੱਤਰ ਸਿੱਖ ਇਤਿਹਾਸ ਵਿੱਚੋਂ ਮਿਲ ਜਾਂਦਾ ਹੈ। ਜਿਵੇਂ ਇੱਕ ਸਿਤਾਰਾ ਜਗਮਗਾਉਂਦਾ ਹੈ, ਤਿਵੇਂ ਹੀ ਇਸ ਸੰਸਾਰ ਵਿੱਚ ਕੋਈ ਵੀ ਹਵਾ ਉਸ ਦੀ ਜਗਦੀ ਜੋਤ ਨੂੰ ਬੁਝਾ ਨਹੀਂ ਸਕਦੀ। ਗੁਰੂ ਨਾਨਕ ਸਾਹਿਬ ਤੇ ਹੋਰ ਗੁਰੂ ਸਾਹਿਬਾਨ ਦੀ ਤੁਲਨਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਦੁੱਖ ਤੇ ਵੈਰਾਗ ਬਾਰੇ ਆਪਣੀ ਬਾਣੀ ਵਿੱਚ ਸਪਸ਼ਟ ਰੂਪ ਵਿੱਚ ਉਲੇਖ ਕਰਦੇ ਹਨ, ਕਿਉਂ ਜੋ ਆਪ ਜੀ ਨੂੰ ਸਪਸ਼ਟ ਦਿਖਾਈ ਦੇ ਰਿਹਾ ਸੀ ਕਿ ਸਿੱਖ ਇਤਿਹਾਸ ਵਿੱਚ ਉਹ ਸਮਾਂ ਆਉਣ ਵਾਲਾ ਹੈ ਜਦੋਂ ਗੁਰੂ ਦੀ ਥਾਂ ਸਿੱਖਾਂ ਨੂੰ ਧਰਮ, ਹੱਕ, ਨਿਆਂ ਤੇ ਸੱਚ ਦੀ ਖਾਤਰ ਮੌਤ ਨੂੰ ਪ੍ਰਵਾਨ ਕਰਨਾ ਪਵੇਗਾ। ਮੌਤ, ਜਿਸ ਦਾ ਰੂਪ ਪਹਿਲਾਂ ਬੜਾ ਭਿਅੰਕਰ ਤੇ ਡਰਾਵਣਾ ਸੀ, ਅੰਤਰ ਪ੍ਰੇਰਨਾ ਦੁਆਰਾ ਸਿੱਖਾਂ ਲਈ ਲਾੜੀ ਦਾ ਚਿੰਨ੍ਹ ਬਣ ਗਿਆ ਸੀ। ਮੌਤ ਬਾਰੇ ਭਾਵਨਾ ਜਾਪਾਨ ਦੇ ਯਾਮੂਟੋ ਦੇ ਬੋਸ਼ੀਦੋ ਨਾਲ ਮਿਲਦੀ ਜੁਲਦੀ ਹੈ। ਇਸ ਪ੍ਰੇਰਨਾ ਨੂੰ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਤੇ ਸਭ ਤੋਂ ਵੱਧ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜਿਆ ਤੇ ਸੁਦ੍ਰਿੜ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸ਼ਾਇਦ ਇਸੇ ਉਦੇਸ਼ ਲਈ ਰਚੇ ਗਏ ਹਨ, ਤਾਂ ਜੋ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਭਰ ਦਿੱਤੀ ਜਾਵੇ ਕਿ ਪੂਰਨ ਭਰੋਸੇ ਵਿੱਚ ਮੌਤ ਦਾ ਸਾਹਮਣਾ ਕਰਨਾ ਕਿਸੇ ਦੈਵੀ ਪ੍ਰਬੰਧ ਦਾ ਹੀ ਇੱਕ ਭਾਗ ਹੁੰਦਾ ਹੈ।
ਜਦੋਂ ਮਨੁੱਖ ਅਸਹਿ ਕਸ਼ਟਾਂ ਨੂੰ ਮਹਾਮਾਨਵ ਦੀ ਤਰ੍ਹਾਂ ਚੱਲਦਾ ਹੈ ਤਾਂ ਉਹ ਦੇਵਤਾ ਹੀ ਪ੍ਰਤੀਤ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਤੇ ਮੌਤ ਯਾਨੀ ਕਾਲ ਬਾਰੇ ਪੂਰਾ ਅਧਿਆਇ ਲਿਖਿਆ ਹੈ। ਮ੍ਰਿਤੂ ਬਾਰੇ ਜੇ ਅਸੀਂ ਇਹ ਚੇਤੇ ਰੱਖੀਏ ਕਿ ਹਰ ਕਿਸੇ ਉੱਤੇ ਮੌਤ ਆਉਣੀ ਹੈ ਤਾਂ ਇਹ ਮਨੁੱਖੀ ਮਨ ਨੂੰ ਸੋਧ ਸਕਣ ਵਾਲੀ ਮਹਾਨ ਸ਼ਕਤੀ ਸਿੱਧ ਹੁੰਦੀ ਹੈ। ਜਿਹੜਾ ਮਨੁੱਖ ਮੌਤ ਦੇ ਰਹੱਸ ਨੂੰ ਸਹਾਨੁਭੂਤੀ ਦੀ ਦ੍ਰਿਸ਼ਟੀ ਤੋਂ ਵੇਖਦਾ ਹੈ, ਉਹ ਜੀਵਨ ਦੀਆਂ ਛਿਣਭੰਗਰ ਖੁਸ਼ੀਆਂ, ਗਮੀਆਂ ਤੇ ਸਦਗੁਣ ਆਦਿ ਨੂੰ ਜਾਣਦਾ ਹੋਇਆ ਕਿਸੇ ਕੋਲੋਂ ਬਦਲਾ ਨਹੀਂ ਲੈਂਦਾ। ਉਹ ਵਧੇਰੇ ਗੰਭੀਰ ਤੇ ਕਰੁਣਾ ਭਰਪੂਰ ਹੁੰਦਾ ਹੈ ਤੇ ਦੂਜੇ ਕਿਸੇ ਨੂੰ ਕਸ਼ਟ ਦੇਣ ਬਾਰੇ ਕਦੀ ਸੋਚ ਵੀ ਨਹੀਂ ਸਕਦਾ। ਉਹ ਤਾਂ ਉਸ ਤਰ੍ਹਾਂ ਦੁੱਖ ਚੱਲਦਾ ਹੈ ਜਿਵੇਂ ਬੰਨ ਦਾ ਕੋਈ ਬ੍ਰਿਛ ਹੁੰਦਾ ਹੈ। ਉਹ ਕੋਈ ਨਿਰਣਾ ਨਹੀਂ ਲੈਂਦਾ, ਕਿਉਂ ਜੇ ਨਿਰਣਾ ਤਾਂ ਉਹੀ ਕਰ ਸਕਦਾ ਹੈ ਜੋ ਭੂਤ ਤੇ ਭਵਿੱਖ ਦੋਹਾਂ ਦਾ ਜਾਣੂ ਹੁੰਦਾ ਹੈ। ਉਹ ਆਪਣੇ ਅਸੂਲਾਂ ਤੇ ਵਿਚਾਰਾਂ ਨੂੰ ਕਿਸੇ ਨਿਰਜਿੰਦ ਅਤਿਮਤਾ ਦਾ ਰੂਪ ਨਹੀਂ ਦਿੰਦਾ ਅਤੇ ਦੂਜਿਆਂ ਨੂੰ ਵੀ ਇਹੋ ਅਧਿਕਾਰ ਦਿੰਦਾ ਹੈ ਕਿ ਉਹ ਵੀ ਅਜਿਹਾ ਹੀ ਕਰਨ। ਇਸ ਪਰਮ ਵੈਰਾਗ ਦੀ ਅਵਸਥਾ ਵਿੱਚ ਸੱਚਾ ਤਿਆਗ ਤਾਂ ਉਹਨਾਂ ਅਸੂਲਾਂ ਤੇ ਵਿਚਾਰਾਂ ਦਾ ਹੁੰਦਾ ਹੈ ਜੋ ਮਨੁੱਖਤਾ ਨੂੰ ਦੁੱਖ ਦਿੰਦੇ ਹਨ। ਇਹ ਗੱਲ ਖਾਸ ਤੌਰ ਤੇ ਮਹੱਤਵਪੂਰਨ ਹੈ ਕਿ ਗੁਰੂ ਸਾਹਿਬ ਭਾਵੇਂ ਕਈ ਵਾਰ ਵਿਕਰਿਤ ਮਨੁੱਖਤਾ ਦੀ ਅਸਥੂਲਤਾ ਤੇ ਅਪੂਰਨਤਾ ਬਾਰੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਂਦੇ ਹਨ ਅਤੇ ਵਿਚਾਰ ਬੜੇ ਨੈਤਿਕ ਸ਼ੁੱਧ ਰੂਪ ਦੀ ਘਿਰਣਾ ਵਿੱਚੋਂ ਉਤਪੰਨ ਹੋਏ ਪ੍ਰਤੀਤ ਹੁੰਦੇ ਹਨ, ਪਰ ਫਿਰ ਇਹ ਆਪਣੇ ਵਿਚਾਰਾਂ ਨੂੰ ਆਨੰਦ ਦੇ ਸਤਿਕਾਰ ਨਾਲ ਅਭੇਦ ਕਰ ਦਿੰਦੇ ਹਨ, ਜੋ ਇਸ ਸਿਧਾਂਤ ਨੂੰ ਸਵੀਕਾਰ ਕਰਦਾ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਜਦ ਕਿਸੇ ਨੂੰ ਵੀ ਮਨੁੱਖਤਾ ਦੇ ਦੁੱਖਾਂ ਤੇ ਗਮਾਂ ਦਾ ਅਹਿਸਾਸ ਹੈ, ਉਹ ਕਦੀ ਵੀ ਆਪਣੇ ਆਪ ਨੂੰ ਆਤਮ ਛਲਾਵੇ ਵਿੱਚ ਨਹੀਂ ਪੈਣ ਦਿੰਦਾ। ਉਹ ਕਿਸੇ ਨੂੰ ਧੋਖਾ ਨਹੀਂ ਦਿੰਦਾ। ਮਨੁੱਖ ਦੇ ਭਿਅੰਕਰ ਦੁੱਖ, ਦਰਦ ਤੇ ਕਰੁਣਾ ਸਭ ਪ੍ਰਕਾਰ ਦੇ ਪਾਪਾਂ ਨੂੰ ਧੋ ਦਿੰਦੇ ਹਨ। ਭਗਵਾਨ ਬੁੱਧ ਨੂੰ ਵੀ ਅਜਿਹਾ ਹੀ ਅਨੁਭਵ ਹੋਇਆ ਸੀ। ਸੰਸਾਰ ਦੇ ਕਿਸੇ ਬੰਦੇ ਨਾਲ ਕਿਸੇ ਗਿਲੇ ਸ਼ਿਕਵੇ ਨੂੰ ਕਰਨ ਦੀ ਕੀ ਲੋੜ ਹੈ, ਜਦੋਂ ਕਿ ਅਸੀਂ ਜਾਣ ਜਾਂਦੇ ਹਾਂ ਕਿ ਮੌਤ ਸਭ ਨੂੰ ਜ਼ਰੂਰ ਆਉਣੀ ਹੈ। ਇਸ ਪ੍ਰਕਾਰ ਆਪ ਦਾਰਸ਼ਨਿਕ ਸੰਤੁਲਨ ਨੂੰ ਪ੍ਰਾਪਤ ਕਰ ਲੈਂਦੇ ਹਨ। ਪਰ ਜਿਹੜੀ ਉਪਰਾਮਤਾ ਤੇ ਵੈਰਾਗ ਗੁਰੂ ਦੁਆਰਾ ਸਿੱਖ ਸੰਗਤ ਵਿੱਚ ਉਤਪੰਨ ਕੀਤਾ ਗਿਆ ਹੈ, ਇਹ ਕੋਈ ਨਿਰਾਰਥਕ ਰੂਪ ਦਾ ਨਿਰਾਸ਼ਾਵਾਦ ਨਹੀਂ ਸੀ। ਗੁਰੂ ਜੀ ਨੇ ਸਮੁੱਚੀ ਜਾਤੀ ਨੂੰ ਪ੍ਰਭੂ ਦਾ ਨਦਰ ਕਰਮ ਪ੍ਰਾਪਤ ਕਰਨ ਲਈ ਨਿਰੰਤਰ ਸੰਘਰਸ਼ ਕਰਨ ਲਈ ਸੰਗਠਿਤ ਕੀਤਾ ਅਤੇ ਗੁਰੂ ਜੀ ਨੂੰ ਤਾਂ ਇਹ ਗੱਲ ਪ੍ਰਵਾਨ ਸੀ ਕਿ ਜੇ ਮਰੋ ਤਾਂ ਬਹਾਦਰੀ ਨਾਲ ਤੇ ਜੇ ਜੀਓ ਤਾਂ ਵੀ ਪ੍ਰਸੰਨਚਿਤ ਰੂਪ ਵਿੱਚ। ਸਿੱਖ ਇਤਿਹਾਸ ਵਿੱਚ ਗਮ ਜਾਂ ਸੰਕਟ ਦੀਆਂ ਘੜੀਆਂ ਮਹਾਨਤਮ ਤੇ ਤੀਬਰਤਮ ਕਾਰਗੁਜ਼ਾਰੀਆਂ ਦੇ ਛਿਣ ਹੁੰਦੇ ਹਨ। ਆਪ ਤਾਂ ਸਮੁੱਚੀ ਕੌਮ ਨੂੰ ਲਗਾਤਾਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਕਰਦੇ ਹਨ, ਪਰ ਖਾਲਸੇ ਦੀ ਸਮੁੱਚੀ ਆਤਮਾ ਭੋਗ ਵਿਲਾਸ ਤੇ ਐਸ਼ਵਰਤ ਦੇ ਜੀਵਨ ਦਾ ਤਾਂ ਤਿਰਸਕਾਰ ਕਰਦੀ ਹੈ। ਦੁੱਖ, ਕਸ਼ਟ ਤੇ ਮੌਤ ਤਾਂ ਕੋਈ ਅਦੁੱਤੀ ਵਸਤੂ ਹੁੰਦੇ ਹਨ। ਗੁਰੂ ਜੀ ਨੇ ਇਸ ਮੌਤ ਦੀ ਭਾਵਨਾ ਨੂੰ ਆਪਣੇ ਸਿੱਖਾਂ ਵਿੱਚ ਭਰ ਦਿੱਤਾ। ਇਹੋ ਹੀ ਉਹ ਤਿਆਗ ਦਾ ਇੱਕੋ ਇੱਕ ਸਰੂਪ ਹੈ, ਜਿਸ ਬਾਰੇ ਗੋਇਟੇ ਤੇ ਕਾਰਲਾਈਲ ਇੰਜ ਕਥਨ ਕਰਦੇ ਹਨ, ਕੇਵਲ ਤਿਆਗ ਦੀ ਭਾਵਨਾ ਨਾਲ ਹੀ ਜੀਵਨ ਦਾ ਸਹੀ ਰੂਪ ਵਿੱਚ ਆਦ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।